ਲੇਖਕ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਸੁਖਨ ਸਨੇਹੀ, ਭਾਗ 10ਵਾਂ। ਥੁੜਾਂ ਦੇ ਪ੍ਰਸੰਗ ਵਿੱਚ ਅਸੀਂ ਆਪਣੇ ਆਪ ਨੂੰ ਦੂਜਿਆਂ ਵੱਲੋਂ ਆਪਣੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਪਰਖੇ ਜਾਣਾ ਚਾਹੁੰਦੇ ਹਾਂ, ਪਰ ਦੂਜੇ ਸਾਨੂੰ ਸਾਡੀਆਂ ਘਾਟਾਂ, ਅਸਫਲਤਾਵਾਂ ਅਤੇ ਵਿਸ਼ੇਸ਼ ਕਰਕੇ ਥੁੜਾਂ ਦੇ ਆਧਾਰ 'ਤੇ ਨਾਪਦੇ ਤੋਲਦੇ ਹਨ। ਸਾਡੀਆਂ ਥੁੜਾਂ ਹੀ ਸਾਡੀ ਸੋਚ ਅਤੇ ਸਾਡਾ ਵਿਹਾਰ ਨਿਰਧਾਰਤ ਕਰਦੀਆਂ ਹਨ। ਅਸੀਂ ਉਹਨਾਂ ਚੀਜ਼ਾਂ ਬਾਰੇ ਹੀ ਸੋਚਦੇ ਹਾਂ ਜਿਨ੍ਹਾਂ ਦੀ ਥੁੜ ਹੁੰਦੀ ਹੈ। ਪਿਆਰ ਦੀਆਂ ਗੱਲਾਂ ਕਰਕੇ ਅਸੀਂ ਪਿਆਰ ਦੇ ਅਨੰਤ ਹੋਣ ਦਾ ਭੁਲੇਖਾ ਸਿਰਜਦੇ ਹਾਂ, ਪਰ ਜਦੋਂ ਪਿਆਰ ਪ੍ਰਗਟਾਇਆ ਜਾਂਦਾ ਹੈ ਤਾਂ ਇਸ ਦੀ ਥੁੜ ਦਾ ਅਹਿਸਾਸ ਹੁੰਦਾ ਹੈ। ਕਿਸੇ ਸਮਾਜ ਦੀ ਆਜ਼ਾਦੀ ਅਤੇ ਸ਼ਕਤੀ ਉਸ ਦੀਆਂ ਪ੍ਰਾਪਤੀਆਂ ਅਤੇ ਥੁੜਾਂ ਦੇ ਅਨੁਪਾਤ ਵਿੱਚੋਂ ਘੱਟ ਵੱਧ ਹੁੰਦੀ ਹੈ। ਜੇਕਰ ਅਸੀਂ ਨਿਰੋਲ ਤਰਕ ਦੇ ਆਧਾਰ 'ਤੇ ਗੱਲ ਕਰੀਏ ਤਾਂ ਮਨੁੱਖ ਦਾ ਭਵਿੱਖ ਬੜਾ ਧੁੰਦਲਾ ਹੈ, ਪਰ ਅਸੀਂ ਜੀਵਨ ਵਿੱਚ ਕੇਵਲ ਤਰਕ ਦਾ ਹੀ ਪੱਖ ਨਹੀਂ ਪੂਰਦੇ, ਕਿਉਂਕਿ ਤਰਕ ਸਾਨੂੰ ਥੋੜ੍ਹਾ ਪ੍ਰਤੀਤ ਹੁੰਦਾ ਹੈ। ਸੋ ਅਸੀਂ ਕਲਪਨਾ ਅਤੇ ਅੰਧ ਵਿਸ਼ਵਾਸ ਦਾ ਪੱਲਾ ਫੜਦੇ ਹਾਂ। ਇਸੇ ਕਰਕੇ ਸੱਚਾਈ ਜਾਣਦੇ ਹੋਏ ਵੀ ਕਹਿੰਦੇ ਹਾਂ ਕਿ ਮਨੁੱਖ ਦਾ ਭਵਿੱਖ ਸੁਨਹਿਰਾ ਹੈ। ਅਸੀਂ ਜਾਣਦੇ ਹਾਂ ਕਿ ਸਾਡਾ ਅੱਜ ਚੰਗਾ ਨਹੀਂ ਲੰਘਿਆ, ਪਰ ਫਿਰ ਵੀ ਆਸ ਕਰਦੇ ਹਾਂ ਕਿ ਕੱਲ੍ਹ ਚੰਗਾ ਹੋਵੇਗਾ। ਜੂਏਬਾਜ਼ ਵਾਂਗ ਮਨੁੱਖ ਸਦਾ ਆਸ਼ਮੰਦ ਰਹਿੰਦਾ ਹੈ। ਮਨੁੱਖ ਕੋਲ ਅਜੇ ਇਤਨਾ ਆਤਮ ਵਿਸ਼ਵਾਸ ਅਤੇ ਗਿਆਨ ਨਹੀਂ ਹੋਇਆ ਕਿ ਉਸ ਦਾ ਚੁੱਪ ਰਹਿ ਕੇ ਗੁਜ਼ਾਰਾ ਹੋ ਜਾਵੇ। ਗਿਆਨ ਦੀ ਥੁੜ ਤਾਂ ਹੈ ਹੀ, ਸਾਡਾ ਵਿਸ਼ਵਾਸ ਵੀ ਥੋੜ੍ਹਾ ਹੈ। ਅਸੀਂ ਮਹਾਨ ਵਿਅਕਤੀਆਂ ਦੇ ਕਾਰਨਾਮਿਆਂ ਦੀਆਂ ਗੱਲਾਂ ਕਰਦੇ ਹਾਂ, ਪਰ ਭੁੱਲ ਜਾਂਦੇ ਹਾਂ ਕਿ ਹਰ ਕੋਈ ਕਿਸੇ ਦੂਜੇ ਲਈ ਮਹਾਨ ਹੁੰਦਾ ਹੈ। ਰੱਬ ਗਰੀਬ ਲੋਕਾਂ ਨੂੰ ਪਿਆਰ ਕਰਦਾ ਹੈ। ਸ਼ਾਇਦ ਤਾਂ ਹੀ ਉਸ ਨੇ ਇਹਨਾਂ ਨੂੰ ਇਤਨੀ ਵੱਡੀ ਗਿਣਤੀ ਵਿੱਚ ਪੈਦਾ ਕੀਤਾ ਹੈ, ਨਹੀਂ ਤਾਂ ਉਸ ਕੋਲ ਕਿਹੜੀ ਥੁੜ ਸੀ। ਥੁੜਾਂ ਚਿੰਤਾ ਲਾਉਂਦੀਆਂ ਹਨ, ਪਰ ਥੁੜਾਂ ਦੀ ਪੂਰਤੀ ਵੀ ਚਿੰਤਾ ਲਾਉਂਦੀ ਹੈ। ਜਦੋਂ ਇੱਕ ਪ੍ਰਕਾਰ ਦੀਆਂ ਥੁੜਾਂ ਦੂਰ ਹੋ ਜਾਣ ਤਾਂ ਕਿਸੇ ਹੋਰ ਪ੍ਰਕਾਰ ਦੀਆਂ ਥੁੜਾਂ ਸਿਰ ਚੁੱਕ ਲੈਂਦੀਆਂ ਹਨ। ਖੁਸ਼ੀ ਦਾ ਮੌਕਾ ਨਹੀਂ ਹੁੰਦਾ, ਇਹ ਤਾਂ ਇੱਕ ਆਦਤ ਹੁੰਦੀ ਹੈ। ਜੇ ਸੁੱਖ ਸਰੀਰਕ ਆਰਾਮ ਵਿੱਚ ਹੁੰਦਾ ਹੈ ਤਾਂ ਸਭ ਤੋਂ ਵੱਧ ਸੁਖੀ ਗਊਆਂ ਮੱਝਾਂ ਗਿਣੀਆਂ ਜਾਂਦੀਆਂ। ਸਾਰੀ ਦੁਨੀਆ ਨੂੰ ਆਪਣਾ ਘਰ ਸਮਝਣ ਵਿੱਚ ਕੋਈ ਰੁਕਾਵਟ ਨਹੀਂ ਹੈ, ਪਰ ਫਿਰ ਅਸੀਂ ਜੰਗਾਂ ਕਿਵੇਂ ਲੜਦੇ, ਦੂਜਿਆਂ ਨੂੰ ਨਫ਼ਰਤ ਕਿਵੇਂ ਕਰਦੇ। ਦੁਸ਼ਮਣ ਨੂੰ ਪਿਆਰ ਕਰਨ ਵਿੱਚ ਵੀ ਕੋਈ ਨੁਕਸਾਨ ਨਹੀਂ, ਪਰ ਸਾਡੇ ਕੋਲ ਤਾਂ ਆਪਣੇ ਮਿੱਤਰਾਂ ਨੂੰ ਵੀ ਕਰਨ ਜੋਗਾ ਪਿਆਰ ਨਹੀਂ। ਜਿਵੇਂ ਬੇਲੀ ਮਾਂ ਦਾ ਕੋਈ ਸੰਕਲਪ ਨਹੀਂ, ਉਵੇਂ ਹੀ ਸਾਡੇ ਕੋਲ ਥੁੜਾਂ ਤੋਂ ਮੁਕਤ ਸੰਤੁਸ਼ਟ ਜੀਵਨ ਦਾ ਵੀ ਕੋਈ ਸੰਕਲਪ ਨਹੀਂ। ਹਰ ਨਵੀਂ ਪੀੜ੍ਹੀ ਆਪਣੇ ਮਾਪਿਆਂ ਨੂੰ ਅੱਧੇ ਅਧੂਰੇ ਸਮਝਦੀ ਹੈ, ਪਰ ਪੁਰਾਣੀ ਪੀੜ੍ਹੀ ਆਪਣੇ ਅਨੁਭਵ ਅਤੇ ਗਿਆਨ ਦੀ ਮਿਸਾਲ ਜਦੋਂ ਅਗਲੀ ਪੀੜ੍ਹੀ ਨੂੰ ਸੌਂਪਦੀ ਹੈ ਤਾਂ ਨਾਲ ਹੀ ਥੁੜਾਂ ਦੀ ਸੂਚੀ ਵੀ ਦਿੰਦੀ ਹੈ, ਤਾਂ ਕਿ ਅਗਲੀ ਪੀੜ੍ਹੀ ਯਤਨਸ਼ੀਲ ਰਹੇ। ਹਰ ਕੋਈ ਵੱਡੀਆਂ ਪ੍ਰਾਪਤੀਆਂ ਕਰਨ ਵਿੱਚ ਰੁੱਝਿਆ ਹੋਇਆ ਹੈ, ਪਰ ਸਧਾਰਨ ਸੂਝ ਦੀ ਥੁੜ ਕਾਰਨ ਅਸੀਂ ਨਹੀਂ ਜਾਣਦੇ ਕਿ ਖੁਸ਼ੀ ਨਿੱਕੀਆਂ ਪ੍ਰਾਪਤੀਆਂ ਵਿੱਚੋਂ ਹੀ ਮਿਲਦੀ ਹੈ। ਸਾਡੀਆਂ ਯਾਦਾਂ ਥੁੜਾਂ ਦੇ ਦਿਨਾਂ ਨਾਲ ਸੰਬੰਧਿਤ ਹੁੰਦੀਆਂ ਹਨ, ਜਦੋਂ ਕਿ ਸਾਡੇ ਸੁਪਨੇ
ਬਹੁਲਤਾ ਵਾਲੇ ਭਵਿੱਖ ਨਾਲ ਜੁੜੇ ਹੁੰਦੇ ਹਨ। ਸਾਡੇ ਵਿੱਚ ਦੂਜਿਆਂ ਨੂੰ ਮਾਫ਼ ਕਰਨ ਦੀ ਵੀ ਥੁੜ ਹੈ। ਅਸੀਂ ਜਾਣਦੇ ਹਾਂ ਕਿ ਜੇ ਮਾਫ਼ ਕਰ ਦਿੱਤਾ ਤਾਂ ਉਹਨਾਂ ਦੀ ਬੇਇੱਜ਼ਤੀ ਕਿਵੇਂ ਕਰਾਂਗੇ। ਅਸੀਂ ਉਸੇ ਨੂੰ ਹੀ ਨਫ਼ਰਤ ਕਰਦੇ ਹਾਂ ਜਿਸ ਨੂੰ ਅਸੀਂ ਮਾਫ਼ ਨਹੀਂ ਕਰਨਾ ਚਾਹੁੰਦੇ। ਵੇਖਿਆ ਗਿਆ ਹੈ ਕਿ ਸਫਲਤਾ ਦੀ ਥੁੜ ਉਹਨਾਂ ਨੂੰ ਹੀ ਹੁੰਦੀ ਹੈ ਜਿਨ੍ਹਾਂ ਕੋਲ ਅਸਫਲ ਹੋਣ ਦਾ ਕੋਈ ਨਾ ਕੋਈ ਬਹਾਨਾ ਹੁੰਦਾ ਹੈ। ਅਸੀਂ ਅਸਫਲਤਾਵਾਂ ਅਤੇ ਗਲਤੀਆਂ ਤੋਂ ਡਰਦੇ ਹਾਂ, ਪਰ ਗਲਤੀਆਂ ਤਾਂ ਸਾਡੇ ਇਨਸਾਨ ਹੋਣ ਦਾ ਸਬੂਤ ਹੁੰਦੀਆਂ ਹਨ। ਸਾਨੂੰ ਜਾਣਨਾ ਚਾਹੀਦਾ ਹੈ ਕਿ ਉਮਰ ਦਾ ਮਾਨਸਿਕ ਅਵਸਥਾ ਨਾਲ ਕੋਈ ਸੰਬੰਧ ਨਹੀਂ। ਜੇ ਕੋਈ ਵਿਅਕਤੀ ਦਿਲਚਸਪ ਹੈ ਤਾਂ ਹਰ ਉਮਰ ਵਿੱਚ ਦਿਲਚਸਪ ਰਹੇਗਾ, ਨਹੀਂ ਤਾਂ ਉਹ ਕਿਸੇ ਉਮਰ ਵਿੱਚ ਵੀ ਦਿਲਚਸਪ ਨਹੀਂ ਹੋਵੇਗਾ। ਮੁਸਕਰਾਹਟ ਨਾਲ ਬਿਜਲੀ ਖਰਚ ਨਹੀਂ ਹੁੰਦੀ, ਪਰ ਆਲੇ ਦੁਆਲੇ ਵਿੱਚ ਪ੍ਰਸੰਨ ਚਿੰਤ ਹੋ ਕੇ ਵਿਚਰਨ ਨਾਲ ਰੌਸ਼ਨੀ ਚੌਖੀ ਹੋ ਜਾਂਦੀ ਹੈ। ਜੋ ਕੁਝ ਸਾਨੂੰ ਉਂਝ ਵੀ ਕਰਨਾ ਹੀ ਪੈਣਾ ਹੈ, ਜੇ ਉਸ ਨੂੰ ਪ੍ਰਸੰਨ ਚਿੰਤ ਹੋ ਕੇ ਮੁਸਕਰਾਹਟ ਨਾਲ ਕਰੀਏ ਤਾਂ ਸਾਨੂੰ ਨਾ ਕਦੀ ਹਿੰਮਤ ਦੀ ਥੁੜ ਮਹਿਸੂਸ ਹੋਵੇਗੀ, ਨਾ ਹੀ ਵਕਤ ਦੀ। ਪਿਆਰ ਕਰਨਾ ਵਿਹਾਰਕ ਪੱਖੋਂ ਮੂਰਖਤਾ ਅਤੇ ਝੱਲਪੁਣਾ ਹੈ, ਪਰ ਹਰ ਕੋਈ ਇਸ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਹੈ। ਪਿਆਰ ਦੀ ਸਭ ਨੂੰ ਤਾਂਘ ਹੁੰਦੀ ਹੈ। ਹਰ ਕੋਈ ਪਿਆਰ ਕਰਨਾ ਚਾਹੁੰਦਾ ਹੈ, ਪਰ ਪਿਆਰ ਕਰਨ ਦੇ ਅਵਸਰਾਂ ਦੀ ਥੁੜ ਹੈ। ਇਸ ਥੁੜ ਕਾਰਨ ਹੀ ਇਹ ਦਿਲਚਸਪ ਹੈ। ਬਹੁਤ ਘੱਟ ਲੋਕ ਸੁੰਦਰ ਹਨ, ਇਸੇ ਕਰਕੇ ਸੁੰਦਰਤਾ ਸਾਨੂੰ ਮੋਹਿਤ ਕਰਦੀ ਹੈ। ਬਹੁਤੇ ਬੇਈਮਾਨ ਹਨ, ਇਸੇ ਕਰਕੇ ਇਮਾਨਦਾਰੀ ਦਾ ਮਹੱਤਵ ਹੈ। ਬਹੁਤੇ ਮੂਰਖ ਹਨ, ਇਸੇ ਕਰਕੇ ਗਿਆਨ ਦੀ ਮਹਿਮਾ ਹੈ। ਬਹੁਗਿਣਤੀ ਸਧਾਰਨ ਲੋਕਾਂ ਦੀ ਹੁੰਦੀ ਹੈ, ਇਸੇ ਕਰਕੇ ਅਸਾਧਾਰਨ ਅਤੇ ਮਹਾਨ ਵਿਅਕਤੀ ਸਾਨੂੰ ਪ੍ਰਭਾਵਿਤ ਕਰਦੇ ਹਨ। ਬਹੁਤੀਆਂ ਪੁਸਤਕਾਂ ਅਕੇਵਾਂ ਪੈਦਾ ਕਰਦੀਆਂ ਹਨ, ਇਸੇ ਕਰਕੇ ਚੰਗੀ ਪੁਸਤਕ ਅਸੀਂ ਸਾਂਭ ਕੇ ਰੱਖਦੇ ਹਾਂ। ਥੁੜ ਨਾਲ ਤਣਾਅ, ਚਿੰਤਾ ਅਤੇ ਫਿਕਰ ਉਪਜਦੇ ਹਨ, ਜਿਹੜੇ ਸਾਨੂੰ ਉਪਰਾਲਾ ਅਤੇ ਉਦਮ ਕਰਨ ਲਈ ਪ੍ਰੇਰਦੇ ਹਨ। ਜਿਨ੍ਹਾਂ ਚੀਜ਼ਾਂ ਦੀ ਹਵਾ ਵਾਂਗ ਥੁੜ ਨਹੀਂ ਹੁੰਦੀ, ਉਹਨਾਂ ਲਈ ਅਸੀਂ ਉਦਮ ਵੀ ਨਹੀਂ ਕਰਦੇ। ਨਿਰਸੰਦੇਹ ਉਹ ਕੋਈ ਸੁਭਾਗਾ ਯੁੱਗ ਸੀ ਜਦੋਂ ਖੁੱਲ੍ਹੇ ਕੰਮ ਸੰਬੰਧਾਂ ਉੱਤੇ ਰੋਕ ਲੱਗੀ ਅਤੇ ਜੋ ਤ੍ਰਿਪਤੀ ਪਹਿਲਾਂ ਸੌਖਿਆਂ ਹੀ ਪ੍ਰਾਪਤ ਹੋ ਜਾਂਦੀ ਸੀ, ਉਸ ਲਈ ਮਨੁੱਖ ਨੂੰ ਉਚੇਚੇ ਯਤਨ ਕਰਨ ਦੀ ਮਜਬੂਰੀ ਆਣ ਬਣੀ। ਹਰ ਸਮਾਜ ਵਿੱਚ ਖੁੱਲ੍ਹੇ ਕਾਮ ਸੰਬੰਧਾਂ ਉੱਤੇ ਰੋਕ ਲਾ ਕੇ ਕਾਮ ਦੇ ਖੇਤਰ ਵਿੱਚ ਥੁੜ ਨੂੰ ਸਿਰਜਿਆ ਗਿਆ ਹੈ। ਮਨੁੱਖ ਦੀ ਕਾਮ ਇੱਛਾ ਦੀ ਤ੍ਰਿਪਤੀ 'ਤੇ ਰੋਕ ਲਗਾਉਣਾ ਅਤੇ ਉਸ ਦੀ ਤ੍ਰਿਪਤੀ ਦੇ ਅਵਸਰਾਂ ਨੂੰ ਮੁਲਤਵੀ ਕਰਨ ਲਈ ਮਜਬੂਰ ਕਰਨਾ ਮਨੁੱਖ ਦੇ ਇਤਿਹਾਸ ਵਿੱਚ ਅੱਗ ਬਾਲਣ ਦੀ ਵਿਧੀ ਲੱਭਣ ਨਾਲੋਂ ਵੀ ਵਧੇਰੇ ਮਹੱਤਵ ਵਾਲੀ ਘਟਨਾ ਸੀ। ਕਾਮ ਤ੍ਰਿਪਤੀ ਦੇ ਪੱਖੋਂ ਹਰ ਕਿਸੇ ਦੀ ਲੋੜ ਪੂਰੀ ਕਰਨੀ ਉਦੋਂ ਸੌਖਿਆਂ ਹੀ ਸੰਭਵ ਸੀ, ਪਰ ਇਸ 'ਤੇ ਰੋਕਾਂ ਲਾ ਕੇ ਇਸ ਦੀ ਥੁੜ ਉਪਜਾਈ ਗਈ। ਨਾ ਕੇਵਲ ਥੁੜ ਉਪਜਾਈ ਗਈ, ਸਗੋਂ ਇਸ ਤ੍ਰਿਪਤੀ ਨੂੰ ਮੁਲਤਵੀ ਕਰਨ ਨਾਲ ਇਸ ਥੁੜ ਦਾ ਮਹੱਤਵ ਵੀ ਵਧਾਇਆ ਗਿਆ। ਜੇ ਰਾਂਝਾ ਤ੍ਰਿਪਤ ਹੁੰਦਾ ਤਾਂ ਉਹ ਕਦੀ ਮੱਝਾਂ ਨਾ ਚਾਰਦਾ। ਜੇ ਫਰਹਾਦ ਤ੍ਰਿਪਤ ਹੁੰਦਾ ਤਾਂ ਉਹ ਕਦੀ ਨਹਿਰ ਨਾ ਪੁੱਟਦਾ। ਜੇ ਸੋਹਣੀ ਤ੍ਰਿਪਤ ਹੁੰਦੀ ਤਾਂ ਉਹ ਕਦੀ ਕੱਚੇ ਘੜੇ 'ਤੇ ਦਰਿਆ ਪਾਰ ਕਰਨ ਦਾ ਸਾਹਸ ਨਾ ਕਰਦੀ। ਜੇ ਸਿਕੰਦਰ ਤ੍ਰਿਪਤ ਹੁੰਦਾ ਤਾਂ ਉਹ ਕਦੀ ਦੁਨੀਆ ਨੂੰ ਜਿੱਤਣ ਲਈ ਨਾ ਨਿਕਲਦਾ। ਸਾਡਾ ਸਮਾਜ ਥੁੜਾਂ ਉਪਜਾਉਂਦਾ ਹੈ
ਤਾਂ ਹੀ ਅਸੀਂ ਉਦਮਸ਼ੀਲ ਰਹਿੰਦੇ ਹਾਂ। ਜਿਤਨੇ ਚਿਰ ਤੱਕ ਭੋਜਨ ਦੀ ਥੁੜ ਹੈ, ਮਨੁੱਖ ਕੰਮ ਕਰੇਗਾ, ਪਰ ਰੱਜਿਆ ਹੋਇਆ ਮਨੁੱਖ ਕਿਉਂ ਕੰਮ ਕਰੇ? ਨਿਰਸੰਦੇਹ ਆਪਣਾ ਉਦੇਸ਼ ਉਚਾਰਨ ਲਈ ਉਸ ਸਾਹਮਣੇ ਚੰਗੇਰੇ ਭੋਜਨ ਦੀ ਥੁੜ ਪੈਦਾ ਕੀਤੀ ਜਾਵੇਗੀ। ਰਿਸ਼ਤਿਆਂ ਦੀ ਥੁੜ ਨਹੀਂ, ਚੰਗੇ ਰਿਸ਼ਤਿਆਂ ਦੀ ਥੁੜ ਹੈ। ਨੌਕਰੀਆਂ ਜਾਂ ਕੰਮਾਂ ਦੀ ਥੁੜ ਨਹੀਂ, ਚੰਗੀਆਂ ਨੌਕਰੀਆਂ ਅਤੇ ਚੰਗੇ ਕੰਮਾਂ ਦੀ ਥੁੜ ਹੈ। ਸਮਾਜ ਸਾਡੀ ਪਸੰਦ ਨੂੰ ਉੱਚਾ ਕਰਕੇ ਜੋ ਮਿਲ ਸਕਦਾ ਹੈ, ਉਸ ਦੀ ਥਾਂ ਜਿਸ ਦੀ ਥੁੜ ਹੈ, ਉਸ ਲਈ ਸਾਨੂੰ ਉਦਮਸ਼ੀਲ ਕਰਦਾ ਹੈ। ਜੇ ਖੁੱਲ੍ਹ ਦੇ ਦਿੱਤੀ ਜਾਵੇ ਤਾਂ ਸਾਰੇ ਪੁਰਸ਼ ਇਸਤਰੀਆਂ ਆਪਣੀ ਕਾਮ ਇੱਛਾ ਸਹਿਜੇ ਹੀ ਪੂਰੀ ਕਰ ਲੈਣਗੇ, ਪਰ ਇਸ ਨਾਲ ਸਮਾਜ ਦਾ ਵਿਕਾਸ ਰੁਕ ਜਾਵੇਗਾ ਅਤੇ ਮਨੁੱਖ ਦੀ ਸਾਰੀ ਸ਼ਕਤੀ ਇਸੇ ਖੇਤਰ ਵਿੱਚ ਖਰਚ ਹੋ ਜਾਵੇਗੀ। ਰੋਕਾਂ ਲਾ ਕੇ, ਥੁੜਾਂ ਉਪਜਾ ਕੇ ਸਮਾਜ ਮਨੁੱਖ ਨੂੰ ਮਿਹਨਤ ਲਈ ਪ੍ਰੇਰਦਾ ਹੈ ਅਤੇ ਇਸ ਮਿਹਨਤ ਰਾਹੀਂ ਸਮਾਜ ਦਾ ਵਿਕਾਸ ਹੁੰਦਾ ਹੈ। ਅਤੇ ਜੋ ਕੁਝ ਵੀ ਆਲੇ ਦੁਆਲੇ ਵਿੱਚ ਤੁਸੀਂ ਉਸਰਿਆ ਵੇਖਦੇ ਹੋ ਤਾਂ ਉਸ ਦਾ ਇਸੇ ਢੰਗ ਨਾਲ ਨਿਰਮਾਣ ਹੋਇਆ ਹੈ। ਕਾਮ ਤ੍ਰਿਪਤੀ ਇੱਕ ਅਜਿਹੀ ਇੱਛਾ ਸੀ ਜਿਸ ਦੀ ਪੂਰਤੀ ਦੀ ਥੁੜ ਸ਼ਿਕਾਰ ਯੁੱਗ ਵਿੱਚ ਨਹੀਂ ਸੀ, ਪਰ ਹੁਣ ਕੋਈ ਸਮਾਜ ਅਜਿਹਾ ਨਹੀਂ ਜਿਹੜਾ ਇਸ ਇੱਛਾ ਦੀ ਪੂਰਤੀ ਉੱਤੇ ਰੋਕ ਨਹੀਂ ਲਾਉਂਦਾ, ਅਰਥਾਤ ਪੁਰਸ਼ ਅਤੇ ਇਸਤਰੀ ਨੂੰ ਵੱਖ-ਵੱਖ ਨਹੀਂ ਕਰਦਾ, ਅਰਥਾਤ ਉਸ ਨੂੰ ਲੰਬੇ ਸੰਘਰਸ਼ ਵਿੱਚ ਪਾ ਕੇ ਸਮਾਜਿਕ ਨਿਰਮਾਣ ਦੇ ਰਾਹ ਨਹੀਂ ਪਾਉਂਦਾ, ਅਰਥਾਤ ਅਸੰਭਵ ਨੂੰ ਸੰਭਵ ਬਣਾਉਣ ਲਈ ਉਹਨਾਂ ਨੂੰ ਨਿਰੰਤਰ ਜੱਦੋ-ਜਹਿਦ ਕਰਨ ਲਈ ਨਹੀਂ ਪ੍ਰੇਰਦਾ। ਮਨੁੱਖ ਆਪਣੀ ਤ੍ਰਿਪਤੀ ਨੂੰ ਮੁਲਤਵੀ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਮੁਲਤਵੀ ਕੀਤੇ ਜਾਣ ਦੇ ਸਮੇਂ ਵਿਚਕਾਰ ਮਨੁੱਖ ਭਾਵੇਂ ਕਰਦਾ ਸਭ ਕੁਝ ਆਪਣੇ ਲਈ ਹੈ, ਪਰ ਨਾਲੋਂ ਨਾਲ ਉਹ ਸਮਾਜ ਲਈ ਵੀ ਬਹੁਤ ਕੁਝ ਕਰ ਰਿਹਾ ਹੁੰਦਾ ਹੈ। ਜੰਗਲੀ ਜਾਨਵਰ ਜਦੋਂ ਰੱਜ ਜਾਂਦੇ ਹਨ, ਉਹ ਉਦਮਸ਼ੀਲ ਨਹੀਂ ਰਹਿੰਦੇ। ਮਨੁੱਖ ਦੇ ਵਿਹਾਰ ਉੱਤੇ ਇੱਕ ਪਾਸੇ ਰੋਕਾਂ ਲਾਈਆਂ ਜਾਂਦੀਆਂ ਹਨ, ਪਰ ਨਾਲ ਹੀ ਤ੍ਰਿਪਤੀ ਦੀ ਸਨਮਾਨਯੋਗ ਅਤੇ ਪ੍ਰਵਾਨਯੋਗ ਸੰਭਾਵਨਾ ਵੀ ਉਜਾਗਰ ਕੀਤੀ ਜਾਂਦੀ ਹੈ। ਜਿਹੜੇ ਜਾਨਵਰਾਂ ਨੂੰ ਮਨੁੱਖ ਪਾਲਦਾ ਹੈ, ਉਹਨਾਂ ਉੱਤੇ ਵੀ ਰੋਕ ਲਾ ਕੇ ਉਹਨਾਂ ਲਈ ਥੁੜ ਦਾ ਪ੍ਰਭਾਵ ਉਪਜਾਇਆ ਜਾਂਦਾ ਹੈ। ਪਾਲਤੂ ਜਾਨਵਰਾਂ ਨੂੰ ਮਨੁੱਖ ਬੰਨ੍ਹ ਕੇ ਰੱਖਦਾ ਹੈ। ਸਮਾਜ ਮਨੁੱਖ ਨੂੰ ਵੀ ਬੰਨ੍ਹਦਾ ਹੈ, ਪਰ ਰੱਸੀਆਂ ਨਾਲ ਨਹੀਂ। ਨੇਮਾਂ, ਰਸਮਾਂ ਰਿਵਾਜਾਂ, ਰੀਤਾਂ, ਪੁੰਨ ਪਾਪਾਂ ਦੀਆਂ ਭਾਵਨਾਵਾਂ, ਨੇਕੀ ਵਿਧੀ ਦੇ ਉਪਦੇਸ਼ਾਂ, ਇਖਲਾਕੀ ਕਦਰਾਂ ਕੀਮਤਾਂ ਅਤੇ ਜੀਵਨ ਆਦਰਸ਼ਾਂ ਨਾਲ। ਕਾਮ ਦੇ ਖੇਤਰ ਵਿੱਚ ਸਮਾਜ ਨੇ ਇੱਕ ਆਮੁੱਕ ਸੋਮੇ ਨੂੰ ਥੁੜ ਵਿੱਚ ਬਦਲ ਕੇ ਮਨੁੱਖ ਨੂੰ ਉਦਮਸ਼ੀਲ ਬਣਾਇਆ ਹੈ ਅਤੇ ਮਨੁੱਖ ਦੀ ਉਦਮਸ਼ੀਲਤਾ ਨਾਲ ਅਨੇਕਾਂ ਹੋਰ ਥੁੜਾਂ ਨੂੰ ਬਹੁਤਾਤ ਵਿੱਚ ਬਦਲਿਆ ਹੈ। ਜਿਵੇਂ ਬੰਜਰ ਧਰਤੀਆਂ ਨੂੰ ਖੇਤੀ ਅਧੀਨ ਲਿਆਂਦਾ ਹੈ, ਉਜਾੜ ਥਾਵਾਂ ਨੂੰ ਵਸਾਇਆ ਹੈ, ਵਪਾਰ ਅਤੇ ਯੰਤਰਾਂ ਦੀ ਫਿਰਤੀ ਨੂੰ ਉਤਸ਼ਾਹ ਕੀਤਾ ਹੈ, ਭਾਂਤ-ਭਾਂਤ ਦੀ ਕਲਾ ਉਪਜਾਈ ਹੈ ਅਤੇ ਮਨੁੱਖ ਨੂੰ ਜਾਨਵਰ ਤੋਂ ਮਾਨਵ ਅਤੇ ਅਸੱਭਿਅਤਾ ਤੋਂ ਸੱਭਿਅਤਾ, ਅਗਿਆਨਤਾ ਤੋਂ ਗਿਆਨ, ਨਿਆਸਰੇ ਤੋਂ ਸ਼ਕਤੀਸ਼ਾਲੀ ਬਣਾਉਣ ਦੀ ਸੰਭਾਵਨਾ ਨੂੰ ਉਜਾਗਰ ਕੀਤਾ ਹੈ। ਉਚੇਰੀਆਂ ਪ੍ਰਾਪਤੀਆਂ ਲਈ ਕਾਮ ਇੱਛਾ ਦੀ ਪੂਰਤੀ ਮੁਲਤਵੀ ਕੀਤੀ ਜਾਂਦੀ ਹੈ। ਹਰ ਬੀਤਦੇ ਦਹਾਕੇ ਨਾਲ ਇਸਤਰੀ ਅਤੇ ਪੁਰਸ਼ ਸੰਭੋਗ ਲਈ 6 ਮਹੀਨੇ ਪਹਿਲਾਂ ਯੋਗ ਹੋ ਜਾਂਦੇ ਹਨ, ਪਰ ਵਿਆਹ ਹੋਰ ਵੀ ਦੇਰ ਨਾਲ ਕਰਵਾਏ ਜਾ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਕੁਝ ਕਰ ਸਕਣ ਲਈ, ਆਪਣੇ ਪੈਰਾਂ 'ਤੇ ਖਲੋਣ ਲਈ, ਜੱਦੋ-ਜਹਿਦ ਲਈ ਹੁਣ ਵਧੇਰੇ ਸਮਾਂ ਲੋੜੀਦਾ ਹੈ। ਜਿੱਥੇ ਵਿਆਹ ਜਲਦੀ ਕਰਨ ਦੀ ਪ੍ਰਥਾ ਹੈ, ਉੱਥੇ ਜੀਵਨ ਪੱਧਰ ਉੱਚਾ ਨਹੀਂ,
ਜਿੱਥੇ ਬਹੁ ਵਿਆਹ ਦੀ ਪ੍ਰਥਾ ਹੈ, ਉੱਥੇ ਇਸਲਾਮੀ ਸਮਾਜ ਵਾਂਗ ਪਰਿਵਰਤਨ ਅਤੇ ਵਿਕਾਸ ਦੀ ਰਫ਼ਤਾਰ ਸੁਸਤ ਅਤੇ ਢਿੱਲੀ ਹੈ। ਕਾਮ ਸ਼ਕਤੀ ਸਭ ਤੋਂ ਵੱਧ ਉਪਜਾਊ ਸ਼ਕਤੀ ਹੁੰਦੀ ਹੈ। ਇਸ ਨੂੰ ਕਾਮ ਤ੍ਰਿਪਤੀ ਤੋਂ ਬਚਾ ਕੇ ਹੀ ਹੋਰ ਕਿਸੇ ਪਾਸੇ ਲਾਇਆ ਜਾ ਸਕਦਾ ਹੈ। ਜਿੱਥੇ ਪਹਿਲਾਂ ਪਾਣੀ, ਭੋਜਨ ਅਤੇ ਕਾਮ ਤ੍ਰਿਪਤੀ ਦੀ ਥੁੜ ਸੀ, ਉੱਥੇ ਅਜੋਕੇ ਯੁੱਗ ਵਿੱਚ ਪ੍ਰਸਿੱਧੀ, ਰਾਜਨੀਤਿਕ ਸ਼ਕਤੀ ਅਤੇ ਧਨ ਦੀ ਥੁੜ ਹੈ ਅਤੇ ਇਹਨਾਂ ਦੀ ਪ੍ਰਾਪਤੀ ਲਈ ਸਿਰ ਤੋੜ ਯਤਨ ਹੋ ਰਹੇ ਹਨ। ਹਰ ਸਮਾਜ ਆਪਣੀਆਂ ਥੁੜਾਂ ਨੂੰ ਨਿਰਧਾਰਿਤ ਕਰਕੇ ਉਹਨਾਂ ਨੂੰ ਬਹੁਲਤਾ ਵਿੱਚ ਬਦਲਣ ਲਈ ਯਤਨਸ਼ੀਲ ਹੁੰਦਾ ਹੈ। ਸ਼ਕਤੀ, ਉਤਸ਼ਾਹ ਅਤੇ ਜੋਸ਼ ਦਾ ਸੋਮਾ ਕਾਮ ਸ਼ਕਤੀ ਹੈ। ਇਸ ਨੂੰ ਮਨੁੱਖ ਜਿਸ ਪਾਸੇ ਵਰਤਦਾ ਹੈ, ਉਧਰ ਥੁੜਾਂ ਨੂੰ ਬਹੁਲਤਾਵਾਂ ਵਿੱਚ ਬਦਲਦਾ ਜਾਂਦਾ ਹੈ। ਸਾਡੀ ਖੁਰਾਕ ਵਿਧੀ ਹੈ ਅਤੇ ਵਧੇਰੇ ਖੁਰਾਕ ਨਾਲ ਸਾਡੀ ਕਾਮ ਸ਼ਕਤੀ ਵਧੀ ਹੈ। ਇਸ ਵਧੀ ਹੋਈ ਕਾਮ ਸ਼ਕਤੀ ਨੂੰ ਮਨੁੱਖ ਆਪਣੇ ਰਾਹ ਦੀਆਂ ਰੁਕਾਵਟਾਂ ਦੂਰ ਕਰਨ ਲਈ ਅਥਾਹ ਥੁੜਾਂ ਨੂੰ ਦੂਰ ਕਰਨ ਅਤੇ ਵਿਕਾਸ ਲਈ ਵਰਤ ਰਿਹਾ ਹੈ। ਜੰਗ ਵੀ ਆਪਣੀ ਕਿਸੇ ਥੁੜ ਨੂੰ ਬਹੁਲਤਾ ਵਿੱਚ ਬਦਲਣ ਦੇ ਉਪਰਾਲੇ ਵਜੋਂ ਲੜੀ ਜਾਂਦੀ ਹੈ। ਪ੍ਰਦੇਸ਼ ਵੀ ਅਸੀਂ ਕਿਸੇ ਥੁੜ ਦੀ ਪੂਰਤੀ ਲਈ ਹੀ ਜਾਂਦੇ ਹਾਂ। ਇਹ ਭੁਲੇਖਾ ਨਹੀਂ ਖਾਣਾ ਚਾਹੀਦਾ ਕਿ ਸਮਾਜ ਨੇ ਇਸਤਰੀ ਅਤੇ ਪੁਰਸ਼ ਦੇ ਸਮਾਗਮ ਕਰਨ ਉੱਤੇ ਕੋਈ ਸਿੱਧੀ ਰੋਕ ਲਾਈ ਹੈ। ਸਗੋਂ ਇਹ ਸਮਝਣ ਦੀ ਲੋੜ ਹੈ ਕਿ ਇੱਛਾ ਅਤੇ ਪ੍ਰਾਪਤੀ ਵਿੱਚ ਸਦਾ ਹੀ ਵਿੱਥ ਰਹੀ ਹੈ। ਅਸੀਂ ਜੋ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਸ ਦੇ ਆਪਹੁੰਚ ਹੋਣ ਕਾਰਨ ਹੀ ਉਸ ਨੂੰ ਪਹੁੰਚ ਵਿੱਚ ਲਿਆਉਣ ਲਈ ਯਤਨ ਕਰਾਂਗੇ। ਥੁੜ ਪੈਦਾ ਕਰਨ ਦਾ ਢੰਗ ਇਹ ਵਰਤਿਆ ਜਾਂਦਾ ਹੈ ਕਿ ਹਰ ਇੱਕ ਇਸਤਰੀ ਪੁਰਸ਼ ਦੀ ਕਲਪਨਾ ਦਾ ਪੱਧਰ ਉੱਚਾ ਕਰ ਦਿੱਤਾ ਜਾਂਦਾ ਹੈ ਅਤੇ ਜੋ ਸੰਭਵ ਹੋਵੇ ਉਸ ਨਾਲੋਂ ਉੱਚੀ ਧਿਰ ਨੂੰ ਮਾਨਣ ਦੀ ਇੱਛਾ ਉਪਜਾਈ ਜਾਂਦੀ ਹੈ। ਦੂਜੀ ਧਿਰ ਦੀ ਯਾਦ, ਸੰਕਲਪ ਅਤੇ ਸੁਪਨਾ ਸਾਨੂੰ ਹੋਰ ਕਿਸੇ ਨਾਲ ਜੋੜਨ ਤੋਂ ਰੋਕਦੇ ਹਨ ਅਤੇ ਜਿਸ ਨਾਲ ਅਸੀਂ ਜੁੜਨਾ ਚਾਹੁੰਦੇ ਹਾਂ ਉਹ ਸਾਡੇ ਕੋਲ ਨਹੀਂ ਹੁੰਦਾ। ਇਵੇਂ ਥੁੜ ਦਾ ਇੱਕ ਨਿਰੰਤਰ ਵਾਤਾਵਰਨ ਸਾਡੇ ਆਲੇ ਦੁਆਲੇ ਉਸਰਿਆ ਰਹਿੰਦਾ ਹੈ। ਜਦੋਂ ਸਾਨੂੰ ਉਹ ਚਾਹਿਆ ਵਿਅਕਤੀ ਪ੍ਰਾਪਤ ਹੋ ਜਾਂਦਾ ਹੈ ਜਾਂ ਕੁਝ ਚਿਰ ਮਗਰੋਂ ਪੁਰਖ ਜਾਂ ਅਪੁਰਖ ਸਾਡੀ ਕਲਪਨਾ ਕਿਸੇ ਹੋਰ ਦਾ ਸਾਥ ਮੰਨਣ ਲਈ ਤਾਂਘਣ ਲੱਗ ਪੈਂਦੀ ਹੈ, ਅਰਥਾਤ ਇੱਕ ਨਵੀਂ ਥੁੜ ਸਿਰਜ ਲਈ ਜਾਂਦੀ ਹੈ। ਹਰ ਇੱਕ ਇਸਤਰੀ ਦੇ ਮਨ ਵਿੱਚ ਇੱਕ ਸੁਪਨੇ ਰੰਗਾ ਪੁਰਸ਼ ਹੁੰਦਾ ਹੈ ਅਤੇ ਹਰ ਪੁਰਸ਼ ਦੀ ਕਲਪਨਾ ਵਿੱਚ ਪਰੀ ਜਿਹੀ ਇੱਕ ਇਸਤਰੀ ਵਸਦੀ ਹੈ। ਇਹ ਤਲਾਸ਼ ਬਣੀ ਰਹਿੰਦੀ ਹੈ ਕਿਉਂਕਿ ਜਿਸ ਦੀ ਤਲਾਸ਼ ਹੁੰਦੀ ਹੈ ਉਹ ਲੱਭਦਾ ਨਹੀਂ, ਪਰ ਅਸੀਂ ਤਲਾਸ਼ ਵੀ ਨਹੀਂ ਛੱਡਦੇ। ਜਿਉਂ-ਜਿਉਂ ਤਲਾਸ਼ ਵਿੱਚ ਅਸੀਂ ਅੱਗੇ ਲੰਘਦੇ ਹਾਂ, ਤਿਉਂ-ਤਿਉਂ ਕਲਪਨਾ ਵਿਚਲੇ ਇਸਤਰੀ ਪੁਰਸ਼ ਦੇ ਨੈਣ ਨਕਸ਼ ਵਧੇਰੇ ਸੋਹਣੇ ਹੁੰਦੇ ਜਾਂਦੇ ਹਨ। ਆਪਣੀ ਵਾਸਤਵਿਕਤਾ ਨੂੰ ਆਪਣੀ ਕਲਪਨਾ ਦੇ ਮੇਚ ਦਾ ਬਣਾਉਣ ਦੇ ਯਤਨ ਵਿੱਚ ਅਸੀਂ ਨਿੱਤ ਨਵੀਆਂ ਮੰਜ਼ਿਲਾਂ ਵੱਲ ਨਿਕਲਦੇ ਹਾਂ। ਇੱਕ ਅਨਪੜ੍ਹ ਵਿਅਕਤੀ ਇੱਕ ਆਮ ਸਧਾਰਨ ਇਸਤਰੀ ਨਾਲ ਪਰਚ ਜਾਂਦਾ ਹੈ, ਪਰ ਜਿਉਂ-ਜਿਉਂ ਮਨੁੱਖ ਗਿਆਨਵਾਨ ਹੁੰਦਾ ਜਾਂਦਾ ਹੈ, ਉਸ ਦੀ ਪਸੰਦ ਉੱਚੀ, ਸੂਖਮ ਅਤੇ ਗੁੰਝਲਦਾਰ ਹੁੰਦੀ ਜਾਂਦੀ ਹੈ। ਇਵੇਂ ਸਮਾਜ, ਵਿੱਦਿਆ, ਵਪਾਰ, ਗਿਆਨ ਆਦਿ ਸਾਡੀ ਟੇਕ ਆ ਪਹੁੰਚ ਉੱਤੇ ਟਿਕਾ ਦਿੰਦੇ ਹਨ ਅਤੇ ਅਸੀਂ
ਦਿਸਹੰਦੇ ਨੂੰ ਛੂਹਣ ਦੇ ਯਤਨ ਵਿੱਚ ਰੁੱਝੇ ਹੁੰਦੇ ਹਨ। ਇਹੀ ਕਾਰਨ ਹੈ ਕਿ ਕੋਈ ਰੱਜ ਕੇ ਨਹੀਂ ਜੀਵਿਆ ਅਤੇ ਇਹੀ ਕਾਰਨ ਹੈ ਕਿ ਕੋਈ ਆਰਾਮ ਨਾਲ ਨਹੀਂ ਵਹਿੰਦਾ। ਕਲਪਨਾ ਦਾ ਸਰੋਤ ਸਾਡੀਆਂ ਥੁੜਾਂ ਜਾਂ ਪੂਰਤੀ ਲਈ ਤਾਂਘਦੀਆਂ ਸਾਡੀਆਂ ਆਪੂਰਤ ਇੱਛਾਵਾਂ ਹੁੰਦੀਆਂ ਹਨ। ਜੋ ਕੁਝ ਪ੍ਰਾਪਤ ਹੋ ਜਾਵੇ ਉਸ ਸੰਬੰਧੀ ਅਸੀਂ ਸੋਚਣਾ ਜਾਂ ਕਲਪਨਾ ਕਰਨੀ ਬੰਦ ਕਰ ਦਿੰਦੇ ਹਾਂ। ਇਸੇ ਕਰਕੇ ਕੋਈ ਪਤਨੀ ਕਿਸੇ ਕਲਾਕਾਰ ਜਾਂ ਕਵੀਪਤੀ ਦਾ ਪ੍ਰੇਰਨਾ ਸਰੋਤ ਨਹੀਂ ਬਣਦੀ। ਕਲਾਕਾਰ ਨੂੰ ਥੁੜ ਪਤਨੀ ਦੀ ਨਹੀਂ, ਪ੍ਰੇਮਿਕਾ ਦੀ ਮਹਿਸੂਸ ਹੁੰਦੀ ਹੈ। ਹਰ ਕੋਈ ਆਪਣੀ ਕਲਪਨਾ ਦੀ ਦੁਨੀਆ ਵਿੱਚ ਆਪ ਪਹੁੰਚ ਨੂੰ ਪਹੁੰਚ ਵਿੱਚ ਲਿਆਉਣ ਵਿੱਚ ਰੁੱਝਿਆ ਹੋਇਆ ਹੈ। ਹਰ ਪੁਰਸ਼ ਕਿਸੇ ਵਿਸ਼ੇਸ਼ ਇਸਤਰੀ ਨਾਲ ਅਤੇ ਹਰ ਇਸਤਰੀ ਕਿਸੇ ਵਿਸ਼ੇਸ਼ ਪੁਰਸ਼ ਨਾਲ ਆਪਣੀਆਂ ਭਾਵਨਾਵਾਂ ਜੋੜ ਕੇ ਦੋਵੇਂ ਆਪਣੀ ਕਲਪਨਾ ਦੀ ਦੁਨੀਆ ਵਿੱਚੋਂ ਬਾਕੀ ਸਾਰਿਆਂ ਨੂੰ ਕੱਢ ਦਿੰਦੇ ਹਨ। ਇਵੇਂ ਉਹ ਕਿਸੇ ਹੋਰ ਨਾਲ ਨਹੀਂ ਪਰਚਣਗੇ। ਇਵੇਂ ਉਹਨਾਂ ਦੀ ਕਾਮ ਸ਼ਕਤੀ ਉਹਨਾਂ ਦੇ ਸਰੀਰਾਂ ਵਿੱਚ ਉਪਜ ਤਾਂ ਰਹੀ ਹੁੰਦੀ ਹੈ, ਪਰ ਖਰਚ ਨਹੀਂ ਹੋ ਰਹੀ ਹੁੰਦੀ, ਇਕੱਠੀ ਹੋ ਰਹੀ ਹੁੰਦੀ ਹੈ। ਹੋਰ ਸੁਭਾਵਨਾਵਾਂ ਉਪਜਾਉਣ ਅਰਥਾਤ ਹੋਰ ਸੰਬੰਧਾਂ ਨੂੰ ਸੰਭਵ ਬਣਾਉਣ ਵਿੱਚ ਲੱਗੀ ਰਹੀ ਹੁੰਦੀ ਹੈ। ਸਮਾਜ ਨੂੰ ਭਰੋਸਾ ਹੁੰਦਾ ਹੈ ਕਿ ਜਦੋਂ ਤੱਕ ਇਹ ਇਸਤਰੀ ਪੁਰਸ਼ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੁੰਦੇ, ਇਹ ਕਾਰਜਸ਼ੀਲ ਰਹਿਣਗੇ ਕਿਉਂਕਿ ਉਹਨਾਂ ਦੀ ਤਾਂਘ ਲੰਬੀ ਹੁੰਦੀ ਹੈ। ਜੋ ਉਹ ਸਫਲ ਹੋ ਕੇ ਵੀ ਕਾਰਜਸ਼ੀਲ ਰਹਿਣਗੇ ਕਿਉਂਕਿ ਉਹਨਾਂ ਦੀ ਕਲਪਨਾ ਪ੍ਰਸਿੱਧੀ, ਸ਼ਕਤੀ ਅਤੇ ਪ੍ਰਾਪਤੀਆਂ ਦੇ ਨਵੇਂ ਦੁਮੇਲ ਉਸਾਰਦੀ ਰਹੇਗੀ। ਆਖਿਰ ਮਨੁੱਖ ਪ੍ਰਸਿੱਧੀ, ਸ਼ਕਤੀ ਅਤੇ ਧਨ ਕਿਉਂ ਚਾਹੁੰਦਾ ਹੈ? ਇਹਨਾਂ ਦਾ ਆਪਣੇ ਆਪ ਵਿੱਚ ਕੋਈ ਮਹੱਤਵ ਨਹੀਂ ਹੁੰਦਾ, ਪਰ ਪ੍ਰਸਿੱਧ ਹੋ ਕੇ ਉਹ ਆਪਣੀ ਕਲਪਨਾ ਵਿੱਚੋਂ ਨਵੀਂ ਉੱਭਰੀ ਇਸਤਰੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਸ਼ਕਤੀ ਪ੍ਰਾਪਤ ਕਰਕੇ ਉਹ ਵਧੇਰੇ ਸੌਖ ਨਾਲ ਆਪਣੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ। ਵਧੇਰੇ ਧਨ ਨਾਲ ਉਹ ਆਪਣੀ ਤਲਾਸ਼ ਨੂੰ ਸੁਖਾਲਾ ਬਣਾਉਣਾ ਚਾਹੁੰਦਾ ਹੈ। ਜਿਸ ਕੋਲ ਸਭ ਕੁਝ ਹੁੰਦਾ ਹੈ ਉਹ ਸਧਾਰਨ ਚੀਜ਼ਾਂ ਨਾਲ ਨਹੀਂ ਪਚਰਦਾ। ਉਹ ਪ੍ਰਸਿੱਧ ਹੋ ਕੇ ਪ੍ਰਸਿੱਧ ਇਸਤਰੀਆਂ ਪੁਰਸ਼ਾਂ ਦੇ ਸੰਪਰਕ ਵਿੱਚ ਆਉਣਾ ਚਾਹੁੰਦੇ ਹਨ। ਇਵੇਂ ਜਿਸ ਚੀਜ਼ ਦੀ ਪਹਿਲਾਂ ਉਹਨਾਂ ਨੂੰ ਥੋੜ੍ਹ ਅਨੁਭਵ ਹੋ ਰਹੀ ਸੀ, ਉਸ ਨੂੰ ਉਹ ਹਰ ਹੀਲੇ ਪੂਰਾ ਕਰਨਾ ਚਾਹੁੰਦੇ ਹਨ। ਇਸ ਦੌੜ ਦਾ ਕੋਈ ਅੰਤ ਨਹੀਂ, ਪਰ ਜਿਉਂ-ਜਿਉਂ ਇਹ ਦੌੜ ਨਿਖਰਦੀ ਜਾਂਦੀ ਹੈ, ਤਿਉਂ-ਤਿਉਂ ਆਨੰਦ ਦੀ ਪੱਧਰ ਉਚਾਰੀ ਅਤੇ ਮਿਲਾਪ ਦੀ ਸੰਭਾਵਨਾ ਨੇੜੇ ਅਤੇ ਸੰਭਵ ਪ੍ਰਤੀਤ ਹੁੰਦੀ ਹੈ। ਮਨੁੱਖ ਭਾਵੇਂ ਸਭ ਕੁਝ ਪ੍ਰਾਪਤ ਕਰ ਲਵੇ, ਫਿਰ ਵੀ ਬਹੁਤ ਕੁਝ ਅਜਿਹਾ ਹੁੰਦਾ ਹੈ ਜਿਹੜਾ ਆਪਹੁੰਚ ਹੁੰਦਾ ਹੈ, ਜਿਸ ਦੀ ਥੁੜ ਮਹਿਸੂਸ ਹੁੰਦੀ ਰਹਿੰਦੀ ਹੈ। ਇਸ ਥੁੜ ਨੂੰ ਪੂਰਾ ਕਰਨ ਲਈ ਹਿਟਲਰ ਨੇ ਸਾਰੀ ਦੁਨੀਆ ਜੰਗ ਦੀ ਭੱਠੀ ਵਿੱਚ ਝੋਕ ਦਿੱਤੀ ਸੀ। ਇਸੇ ਥੁੜ ਨੂੰ ਪੂਰਾ ਕਰਨ ਲਈ ਮਨੁੱਖ ਖਤਰੇ ਮੁੱਲ ਲੈਂਦਾ ਹੈ। ਇਸ਼ਤਿਹਾਰਬਾਜ਼ੀ ਨਾਲ ਥੁੜਾਂ ਦਾ ਅਹਿਸਾਸ ਜਗਾਇਆ ਜਾਂਦਾ ਹੈ। ਜਦੋਂ ਜੀਵਨ ਵਿੱਚ ਹੁਲਾਰੇ ਦੀ ਥੁੜ ਹੁੰਦੀ ਹੈ ਤਾਂ ਨਸ਼ੇ ਵਰਤੇ ਜਾਂਦੇ ਹਨ। ਧਨ ਦੀ ਥੁੜ ਲਾਟਰੀ ਪਾਉਣ ਲਈ ਪ੍ਰੇਰਦੀ ਹੈ। ਪ੍ਰਸਿੱਧੀ ਦੀ ਥੁੜ ਕਾਰਨ ਵੱਡਾ ਅਤੇ ਵਿਸ਼ੇਸ਼ ਪ੍ਰਤੀਤ ਹੋਣ ਲਈ ਸਮਾਗਮਾਂ ਉੱਤੇ ਵੱਡੀਆਂ ਰਕਮਾਂ ਖਰਚੀਆਂ ਜਾਂਦੀਆਂ ਹਨ। ਸਾਡਾ ਅਜੋਕਾ ਸਮਾਜ ਸੰਤੁਸ਼ਟਤਾ, ਸਬਰ, ਸੰਤੋਖ ਅਤੇ ਸੰਕੋਚ ਦੇ ਵਿਰੁੱਧ ਹੈ। ਇਹਨਾਂ ਗੁਣਾਂ ਨੂੰ ਔਗਣ ਬਣਾ ਦਿੱਤਾ ਗਿਆ ਹੈ। ਹੁਣ ਸਾਦਗੀ ਇੱਕ ਗੁਣ ਨਹੀਂ ਰਹੀ, ਇੱਕ ਰੋਗ ਬਣਾ ਦਿੱਤੀ ਗਈ ਹੈ। ਹਰ ਇੱਕ ਵਿਅਕਤੀ ਨੂੰ ਅਨੇਕਾਂ ਥੁੜਾਂ ਦਾ ਅਨੁਭਵ ਅਤੇ ਅਹਿਸਾਸ ਕਰਵਾ ਕੇ ਉਸ ਨੂੰ ਇੱਕ ਨਿਰੰਤਰ ਭਟਕਣ ਵਿੱਚ ਪਾਇਆ ਜਾ ਰਿਹਾ ਹੈ। ਜਿਹੜਾ ਜੀਵਨ ਦੀ ਜਿਸ ਵੀ ਪੌੜੀ ਤੇ ਉੱਤੇ ਹੈ, ਉਸ ਤੋਂ ਉੱਪਰ ਚੜ੍ਹਨ ਲਈ ਜ਼ੋਰ ਲਾ ਰਿਹਾ ਹੈ।
ਮੁਕਾਬਲਾ ਇਤਨਾ ਸਖਤ ਹੈ ਕਿ ਡਿੱਗ ਪਿਆ ਜਾਂ ਤਿਲਕਣ ਵਾਲਿਆਂ ਵੱਲ ਧਿਆਨ ਦੇਣ ਲਈ ਕਿਸੇ ਕੋਲ ਸਮਾਂ ਨਹੀਂ। ਇਨਸਾਫ, ਇਖਲਾਕ, ਚਰਿੱਤਰ ਆਦਿ ਦਫਨਾ ਦਿੱਤੇ ਗਏ ਹਨ। ਹੁਣ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਕੇ ਵਿਛੁੰਨ ਦਿੱਤਾ ਗਿਆ ਹੈ। ਹੁਣ ਸਾਡੇ ਕੋਲ ਕੁਝ ਵੀ ਅਜਿਹਾ ਨਹੀਂ ਜਿਸ ਉੱਤੇ ਮਾਣ ਕਰੀਏ। ਜੇ ਮਾਣ ਕਰਨ ਲੱਗ ਪਏ ਤਾਂ ਨਿਸ਼ਚੇ ਹੀ ਦੌੜ ਵਿੱਚ ਅਸੀਂ ਪਿੱਛੇ ਰਹਿ ਜਾਵਾਂਗੇ। ਇਹ ਵਿਸ਼ਵਾਸ ਵੀ ਇੱਕ ਭਰਮ ਹੈ ਕਿ ਹਰ ਥੁੜ ਪੈਸੇ ਨਾਲ ਪੂਰੀ ਕੀਤੀ ਜਾ ਸਕਦੀ ਹੈ, ਜੋ ਅਜੋਕੇ ਯੁੱਗ ਵਿੱਚ ਸਭ ਤੋਂ ਵੱਡੀ ਥੁੜ ਪੈਸੇ ਦੀ ਹੀ ਬਣ ਗਈ ਹੈ। ਕੋਈ ਵੀ ਅਜਿਹਾ ਨਹੀਂ ਜਿਸ ਨੂੰ ਇਸ ਥੁੜ ਦਾ ਅਹਿਸਾਸ ਨਾ ਹੋਵੇ। ਇਸ ਥੁੜ ਨੂੰ ਪੂਰੀਆਂ ਕਰਨ ਲਈ ਉਹ ਕੀ ਹੈ ਜਿਹੜਾ ਅਸੀਂ ਦਾਅ 'ਤੇ ਨਹੀਂ ਲਾ ਰਹੇ। ਜਦੋਂ ਕੋਈ ਇਸ ਥੁੜ ਨੂੰ ਪੂਰਨ ਵਿੱਚ ਸਫਲ ਹੋ ਗਿਆ ਤਾਂ ਕਿ ਉਹ ਆਰਾਮ ਨਾਲ ਬਹਿ ਸਕੇਗਾ, ਉਸ ਨੂੰ ਕੋਈ ਆਰਾਮ ਨਾਲ ਬਹਿਣ ਦੇਵੇਗਾ। ਮਹਾਨ ਬਣਨ ਦੇ ਯਤਨ ਵਿੱਚ ਮਨੁੱਖ ਨਿਰੰਤਰ ਨਿਖਰ ਰਿਹਾ ਹੈ। ਸਾਡੇ ਅਜੋਕੇ ਸੰਕਟਾਂ ਦਾ ਕਾਰਨ ਇਹ ਹੈ ਕਿ ਸਾਡੇ ਕੋਲ ਮਹਾਨ ਬੰਦਿਆਂ ਦੀ ਥੁੜ ਹੈ। ਸਾਡੇ ਕੋਲ ਸਾਡੀਆਂ ਥੁੜਾਂ ਦਾ ਅਹਿਸਾਸ ਕਰਾਉਣ ਵਾਲੇ ਸਾਰੇ ਸਾਧਨ ਹਨ, ਪਰ ਪ੍ਰਾਪਤੀਆਂ ਦੀ ਸੰਤੁਸ਼ਟੀ ਦੇਣ ਵਾਲਾ ਮਹਾਤਮਾ ਬੁੱਧ ਕਿਧਰੇ ਦੂਰ ਲੰਘ ਗਿਆ ਹੈ। ਅਸੀਂ ਥੁੜਾਂ ਦੇ ਸਤਾਏ, ਥੁੜੇ ਹੋਏ ਲੋਕ ਬਣ ਕੇ ਰਹਿ ਗਏ ਹਾਂ। ਜਿਹੜੀਆਂ ਥੁੜਾਂ ਨੇ ਸਾਡੀ ਸ਼ਕਤੀਵਾਨਾਂ ਸੀ, ਉਹ ਸਾਡੀਆਂ ਹੱਥ ਕੜੀਆਂ ਬਣ ਗਈਆਂ ਹਨ। ਧੰਨਵਾਦ ਜੀ।